हरख सोग जाकै नहीं, बैरी मीत समान। कहो नानक सुन रे मना, मुकत ताहे तैं जान। इस शब्द ਨੂੰ ਤੈ ਨਹੀਂ ਪੜਨਾ, ਤੈਂ ਪੜਨਾ ਹੈ। ਇਸ ਪਾਵਨ ਸ਼ਲੋਕ ਰਾਹੀਂ ਗੁਰਦੇਵ ਪਾਤਸ਼ਾਹ ਜੀਵਨ ਮੁਕਤੀ ਦੇ ਲਕਸ਼ਣ ਦੱਸ ਰਹੇ ਹਨ ਕਿ ਜੀਵਨ ਮੁਕਤੀ ਕੀ ਹੈ ਔਰ ਜੀਵਨ ਮੁਕਤ ਪੁਰਸ਼ ਕਿਸ ਨੂੰ ਕਿਹਾ ਜਾ ਸਕਦਾ ਹੈ। ਜੀਵਨ ਮੁਕਤ ਪੁਰਸ਼ ਦੀਆਂ ਨਿਸ਼ਾਨੀਆਂ ਕੀ ਨੇ? ਕਿਉਂਕਿ ਮਰਨ ਤੋਂ ਬਾਅਦ ਮੁਕਤੀ ਨੂੰ ਗੁਰਮਤਿ ਨੇ ਪ੍ਰਵਾਨ ਨਹੀਂ ਕੀਤਾ। ਬੇਣੀ ਕਹੈ ਸੁਣੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਹਰਖ ਦਾ ਮਤਲਬ ਖੁਸ਼ੀ, ਸੋਗ ਦਾ ਮਤਲਬ ਚਿੰਤਾ, ਗਮ। ਜਾਕੇ ਦਾ ਮਤਲਬ ਜਿਸ ਮਨੁੱਖ ਦੇ ਹਿਰਦੇ ਵਿੱਚ, ਸਮਾਨ ਦਾ ਮਤਲਬ ਇੱਕੋ ਜਿਹਾ। ਜਿਸ ਮਨੁੱਖ ਦੇ ਸੋਚ ਅੰਦਰ, ਹਿਰਦੇ ਵਿੱਚ ਖੁਸ਼ੀ ਗਮੀ ਆਪਣਾ ਜ਼ੋਰ ਨਹੀਂ ਪਾ ਸਕਦੀ ਔਰ ਜਿਸ ਨੂੰ ਵੈਰੀ ਤੇ ਮਿੱਤਰ ਇੱਕੋ ਜਿਹੇ ਜਾਪਦੇ ਨੇ, यानी जो खुशी और गमी जिस ਨੂੰ ਪ੍ਰਭਾਵਿਤ ਨਹੀਂ ਕਰਦੀ। ਹੁਣ ਖੁਸ਼ੀ ਔਰ ਗਮੀ ਆਉਂਦੀ ਤਾਂ ਹਰ ਮਨੁੱਖ ਦੀ ਜ਼ਿੰਦਗੀ ਵਿੱਚ ਹੈ, ਪਰ ਕੁਝ ਲੋਕ ਖੁਸ਼ੀਆਂ ਦੇ ਅੰਦਰ ਵੀ ਸੱਚ ਤੋਂ, ਪ੍ਰਭੂ ਤੋਂ ਦੂਰ ਚਲੇ ਜਾਂਦੇ ਨੇ ਔਰ ਕੁਝ ਲੋਕ ਚਿੰਤਾਵਾਂ ਦੇ ਸਮੇਂ ਸੱਚ ਨੂੰ ਔਰ ਪ੍ਰਭੂ ਨੂੰ ਛੱਡ ਜਾਂਦੇ ਨੇ। ਲੇਕਿਨ ਜੋ ਰੱਬ ਦੇ ਪਿਆਰੇ ਨੇ, ਅਸਲ ਦੇ ਅੰਦਰ ਉਹ ਸੱਚ ਦੇ ਮਾਰਗ ਨੂੰ ਨਹੀਂ ਛੱਡਦੇ, ਚਾਹੇ ਖੁਸ਼ੀ ਆਵੇ ਜਾਂ ਗਮੀ ਆਵੇ। ਬਹੁਤ ਸਾਰੇ ਲੋਕ ਨੇ ਆਪਣੇ ਵੈਰੀਆਂ ਦੇ ਨਾਲ ਮਾੜਾ ਸੁਭਾਅ ਕਰਦੇ ਨੇ, ਮਿੱਤਰਾਂ ਦੇ ਨਾਲ ਚੰਗਾ ਸੁਭਾਅ ਕਰਦੇ ਨੇ, ਲੇਕਿਨ ਵਰਤਾਵ ਕਰਦੇ ਨੇ। ਪਰ ਜੋ ਪ੍ਰਭੂ ਦੇ ਪਿਆਰੇ ਨੇ ਉਹ ਵੈਰੀ ਔਰ ਮਿੱਤਰਤਾ ਤੋਂ ਉਤਾਂ ਉੱਠ ਕੇ ਸੱਚ ਦੇ ਮਾਰਗ ਦੇ ਨਾਲ ਜੁੜੇ ਰਹਿੰਦੇ ਨੇ। ਤਾਂ ਗੁਰੂ ਜੀ ਸਮਝਾ ਰਹੇ ਹਨ ਕਿ ਜਿਸ ਮਨੁੱਖ ਦੇ ਹਿਰਦੇ ਵਿੱਚ ਖੁਸ਼ੀ ਗਮੀ ਆਪਣਾ ਜ਼ੋਰ ਨਹੀਂ ਪਾ ਸਕਦੀ, ਜਿਸ ਨੂੰ ਵੈਰੀ ਔਰ ਮਿੱਤਰ ਇੱਕੋ ਜਿਹੇ ਨੇ, ਭਾਵ ਜਿਸ ਦਾ ਵਿਹਾਰ ਸਭ ਦੇ ਨਾਲ ਇੱਕੋ ਜਿਹਾ ਹੈ। ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈਂ ਜਾਨ। ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਹੇ ਮਨ ਸੁਣ, ਤੂੰ ਇਹ ਗੱਲ ਪੱਕੀ ਸਮਝ ਲੈ ਕਿ ਉਸ ਮਨੁੱਖ ਨੂੰ ਮਾਇਆ ਦੇ ਮੋਹ ਤੋਂ ਖਲਾਸੀ ਮਿਲ ਚੁੱਕੀ ਹੈ। ਇਹ ਗੱਲ ਨੂੰ ਪੱਕੀ ਕਰਕੇ ਜਾਣ ਲੈ ਕਿ ਉਹ ਇਨਸਾਨ ਮੁਕਤ ਹੈ, ਉਸ ਇਨਸਾਨ ਨੂੰ ਮੁਕਤੀ ਮਿਲ ਗਈ ਹੈ, ਉਹ ਇਨਸਾਨ ਨੂੰ ਖਲਾਸੀ ਮਿਲ ਗਈ ਹੈ ਵਿਕਾਰਾਂ ਤੋਂ। ਉਹ ਜੀਵਨ ਮੁਕਤ ਹੈ ਜਿਸ ਮਨੁੱਖ ਦੀ ਜ਼ਿੰਦਗੀ ਦੇ ਅੰਦਰ ਖੁਸ਼ੀ ਔਰ ਗਮੀ ਆਪਣਾ ਪ੍ਰਭਾਵ ਨਹੀਂ ਪਾਉਂਦੀ ਔਰ ਜੋ ਵੈਰੀ ਔਰ ਮਿੱਤਰਾਂ ਦੇ ਨਾਲ ਇੱਕ ਜੈਸਾ ਵਿਹਾਰ ਕਰਦਾ ਹੈ, ਭਾਵ ਜੋ ਰੱਬੀ ਗੁਣਾਂ ਦੇ ਨਾਲ ਹਮੇਸ਼ਾ ਜੁੜਿਆ ਹੋਇਆ ਹੈ। ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ। ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਭੈ ਦਾ ਮਤਲਬ ਡਰਾਵੇ। ਇਹ ਬਹੁਵਚਨ ਸ਼ਬਦ ਹੈ, ਭਉ ਤੋਂ ਬਹੁਵਚਨ ਬਣਿਆ ਹੈ। ਆਨ ਦਾ ਮਤਲਬ ਹੂਰਨਾਂ ਦੇ। ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ। ਜਿਹੜਾ ਮਨੁੱਖ ਕਿਸੇ ਨੂੰ ਕੋਈ ਡਰਾਵੇ ਨਹੀਂ ਦਿੰਦਾ ਔਰ ਕਿਸੇ ਦੇ ਡਰਾਵੇ ਨਹੀਂ ਮੰਨਦਾ, ਕਿਸੇ ਦੇ ਡਰਾਵਿਆਂ ਤੋਂ ਘਬਰਾਉਂਦਾ ਨਹੀਂ, ਯਾਨੀ ਨਾ ਡਰਦਾ ਹੈ ਔਰ ਨਾ ਡਰਾਉਂਦਾ ਹੈ। ਕਿਉਂਕਿ ਡਰ ਬਹੁਤ ਮਾੜੀ ਸ਼ੈ ਹੈ। ਜਿਹੜਾ ਇਨਸਾਨ ਕਿਸੇ ਦੂਜੇ ਦੇ ਉੱਤੇ ਆਪਣਾ ਡਰ ਬਣਾ ਲੈਂਦਾ ਹੈ, ਆਪਣੇ ਡਰ ਦਾ ਪ੍ਰਭਾਵ ਪਾਉਂਦਾ ਹੈ, ਉਹ ਇਨਸਾਨ ਹਮੇਸ਼ਾ ਜ਼ੁਲਮ ਕਰਦਾ ਹੈ। ਔਰ ਜਿਹੜਾ ਇਨਸਾਨ ਦੂਜੇ ਦੇ ਡਰ ਨੂੰ ਮੰਨ ਜਾਂਦਾ ਹੈ, ਉਹਨੂੰ ਜ਼ੁਲਮ ਸਹਾਰਨਾ ਪੈਂਦਾ ਹੈ। ਇਤਿਹਾਸ ਵੱਲ ਦੇਖਦੇ ਹਾਂ, ਕਿੰਨੇ ਸਾਰੇ ਐਸੇ ਬਾਦਸ਼ਾਹ ਹੋ ਚੁੱਕੇ ਨੇ, ਗੁਜ਼ਰੇ ਨੇ, ਜਿਨ੍ਹਾਂ ਨੇ ਆਪਣਾ ਡਰਾਵਾ ਪਾਇਆ ਔਰ ਉਹਨਾਂ ਨੇ ਜ਼ੁਲਮ ਕੀਤਾ ਦੁਨੀਆ ਤੇ ਜਿਨ੍ਹਾਂ ਲੋਕਾਂ ਨੇ ਉਹਨਾਂ ਦੇ ਡਰ ਨੂੰ, ਅਸਰ ਨੂੰ ਕਬੂਲ ਲਿਆ, ਉਹਨਾਂ ਨੇ ਜ਼ੁਲਮ ਸਹਾਰਿਆ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਨਸਾਨ ਅਸਲ ਦੇ ਅੰਦਰ ਨਾ ਕਿਸੇ ਤੋਂ ਡਰੇ, ਨਾ ਡਰਾਵੇ, ਨਾ ਜ਼ੁਲਮ ਕਰੇ, ਨਾ ਹੀ ਜ਼ੁਲਮ ਸਹਾਰੇ। ਤਾਂ ਜਿਹੜਾ ਮਨੁੱਖ ਕਿਸੇ ਤੋਂ ਡਰਦਾ ਨਹੀਂ ਔਰ ਜੋ ਕਿਸੇ ਨੂੰ ਡਰਾਉਂਦਾ ਨਹੀਂ, ਨਾ ਜ਼ੁਲਮ ਕਰਦਾ ਹੈ, ਨਾ ਜ਼ੁਲਮ ਸਹਾਰਦਾ ਹੈ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਗਿਆਨੀ ਦਾ ਮਤਲਬ ਆਤਮਿਕ ਜੀਵਨ ਦੀ ਸੂਝ ਰੱਖਣ ਵਾਲਾ, ਬਖਾਨ ਦਾ ਮਤਲਬ ਆਖ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹੇ ਮੇਰੇ ਮਨ ਸੁਣ, ਉਹਨੂੰ ਗਿਆਨੀ ਸਮਝ, ਉਹਨੂੰ ਆਤਮਿਕ ਜੀਵਨ ਦੀ ਸੂਝ ਵਾਲਾ ਮਨੁੱਖ ਆਖ। ਉਹਨੂੰ ਆਤਮਿਕ ਜੀਵਨ ਦੀ ਅਸਲ ਸੂਝ ਆ ਗਈ ਹੈ, ਜੋ ਨਾ ਡਰਦਾ ਹੈ ਨਾ ਡਰਾਉਂਦਾ ਹੈ। ਅਸਲ ਦੇ ਅੰਦਰ ਉਹ ਸਿਆਣਾ ਮਨੁੱਖ ਹੈ, ਉਹ ਪ੍ਰਭੂ ਦੇ ਨਾਲ ਜੁੜਿਆ ਹੋਇਆ ਹੈ, ਉਹੀ ਸਮਝਦਾਰ ਹੈ, ਉਹਨੂੰ ਹੀ ਸਮਝਦਾਰ ਸਿਆਣਾ ਕਿਹਾ ਜਾ ਸਕਦਾ ਹੈ। ਜਿਹੇ ਵਿਖਿਆ ਸਗਲੀ ਤਜੀ, ਲਿਓ ਭੇਖ ਬੈਰਾਗ। ਜਿਹੇ ਦਾ ਮਤਲਬ ਜਿਸ ਮਨੁੱਖ ਨੇ, ਵਿਖਿਆ ਦਾ ਮਤਲਬ ਮਾਇਆ,
सोच, सगली का मतलब सारी, विख्या सगली का मतलब काम, क्रोध, लोभ, मोह, हंकार, ईर्खा, निंदा, चुगली, ये सारी दे सारे जो विकार ने। ਤਾਂ ਜਿਸ ਮਨੁੱਖ ਨੇ ਕਾਮ, ਕ੍ਰੋਧ, ਲੋਭ, ਮੋਹ, ਨਿੰਦਾ, ਈਰਖਾ ਆਦਿਕ ਅਨੇਕਾਂ ਰੂਪ ਵਾਲੀ ਸਾਰੀ ਦੀ ਸਾਰੀ ਮਾਇਆ ਤਿਆਗ ਦਿੱਤੀ, ਲਿਓ ਭੇਖ ਬੈਰਾਗ, ਅਸਲ ਦੇ ਅੰਦਰ ਉਹਨੇ ਵੈਰਾਗ ਧਾਰਨ ਕੀਤਾ ਹੈ। ਅਸਲ ਦੇ ਅੰਦਰ ਸਹੀ ਭੇਖ ਧਾਰਨ ਕੀਤਾ ਹੈ ਵੈਰਾਗ ਦਾ। ਆਮ ਦੁਨੀਆ ਦੇ ਅੰਦਰ ਵੈਰਾਗ ਜਿਹੜਾ ਹੈ ਨਾ, ਉਹਦੇ ਵਿੱਚ ਇੱਕ ਤਾਂ ਖਾਸ ਕਰਕੇ ਲੋਕ ਪਹਿਨਾਵਾ ਪਹਿਨਦੇ ਨੇ, ਵੈਰਾਗੀਆਂ ਦਾ ਪਹਿਨਾਵਾ ਹੈ ਖਾਸ ਖਾਸ ਕਿਸਮ ਦਾ। ਔਰ ਦੂਜੇ ਨੰਬਰ ਤੇ ਉਹ ਦੁਨੀਆ ਨੂੰ, ਸਮਾਜ ਨੂੰ, ਘਰ ਗ੍ਰਸਤੀ ਦੇ ਫਰਜ਼ਾਂ ਨੂੰ ਛੱਡ ਕੇ ਜੰਗਲਾਂ ਵਿੱਚ ਚਲੇ ਜਾਂਦੇ ਨੇ, ਉਹਨੂੰ ਵੈਰਾਗ ਕਿਹਾ ਜਾਂਦਾ ਹੈ। ਪਰ ਗੁਰਮਤ ਨੇ ਇਸ ਚੀਜ਼ ਨੂੰ ਅਸਲ ਵੈਰਾਗ ਨਹੀਂ ਮੰਨਿਆ, ਨਾ ਹੀ ਇਹ ਵੈਰਾਗ ਹੈ, ਔਰ ਨਾ ਹੀ ਐਸਾ ਵੈਰਾਗ ਲੈਣ ਦੇ ਨਾਲ ਦੁਨੀਆ ਚੱਲ ਸਕਦੀ ਹੈ। ਕਿਉਂਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਤੇ ਸਮਾਜ ਦੇ ਅੰਦਰ ਕਦੇ ਵੀ ਐਸੇ ਨੇਮ ਲਾਗੂ ਨਹੀਂ ਕੀਤੇ ਜਾ ਸਕਣਗੇ, ਐਸਾ ਸਮਾਜ ਬੰਦਾ ਕਾਇਮ ਨਹੀਂ ਕਰ ਸਕੇਗਾ ਜਿੱਥੇ ਕੰਮ ਕਰਨ ਤੋਂ ਬਿਨਾਂ ਜ਼ਿੰਦਗੀ ਚੱਲ ਸਕੇ। ਹਰ ਇਨਸਾਨ ਨੂੰ ਜ਼ਿੰਦਗੀ ਜੀਣ ਵਾਸਤੇ ਕਰਮ ਕਰਨਾ ਹੀ ਪੈਣਾ ਹੈ। ਇਸ ਲਈ ਕਰਮ ਨੂੰ ਤਿਆਗਣਾ, ਸਮਾਜ ਨੂੰ ਤਿਆਗਣਾ, ਵਿਸ਼ੇਸ਼ ਕਿਸਮ ਦੇ ਪਹਿਨਾਵੇ ਪਹਿਨਣ ਨੂੰ ਵੈਰਾਗ ਨਹੀਂ ਕਹਿੰਦੇ। ਗੁਰੂ ਜੀ ਕਹਿੰਦੇ ਨੇ ਅਸਲੀ ਵੈਰਾਗ ਦਾ ਸਹੀ ਰੂਪ ਭੇਖ ਧਾਰਨ ਉਸਨੇ ਕੀਤਾ ਹੈ ਜਿਸ ਮਨੁੱਖ ਨੇ ਸਾਰੀ ਦੀ ਸਾਰੀ ਮਾਇਆ ਤਿਆਗ ਦਿੱਤੀ ਹੈ, ਭਾਵ ਕਿ ਕਾਮ, ਕ੍ਰੋਧ, ਲੋਭ, ਮੋਹ ਆਦਿਕ ਨੂੰ ਤਿਆਗਿਆ ਹੈ। ਕਹੋ ਨਾਨਕ ਸੁਨ ਰੇ ਮਨਾ, ਤਿਹ ਨਰ ਮਾਥੈ ਭਾਗ। ਤਿਹ ਨਰ ਮਾਥੇ ਦਾ ਮਤਲਬ ਉਸ ਮਨੁੱਖ ਦੇ ਮੱਥੇ ਤੇ। हे ਮੇਰੇ ਮਨ ਸੁਣ, ਉਸ ਮਨੁੱਖ ਦੇ ਚੰਗੇ ਭਾਗ ਜਾਗ ਪਏ ਨੇ, ਯਾਨੀ ਉਹ ਮਨੁੱਖ ਭਾਗਸ਼ਾਲੀ ਹੈ, ਉਹ ਮਨੁੱਖ ਦਾ ਜੀਵਨ ਮੁਬਾਰਕ ਹੈ, ਉਹ ਇਨਸਾਨ ਭਾਗਾਂ ਵਾਲਾ ਮਹਾਨ ਇਨਸਾਨ ਹੈ ਜਿਨੇ ਇਹ ਕਾਮ, ਕ੍ਰੋਧ ਆਦਿਕ ਸਾਰੀ ਦੀ ਸਾਰੀ ਮਾਇਆ ਵਾਲੀ ਬਿਰਤੀ ਤਿਆਗ ਦਿੱਤੀ ਹੈ। ਅਸਲ ਦੇ ਅੰਦਰ ਉਹਨੇ ਵੈਰਾਗ ਨੂੰ ਸਮਝਿਆ ਹੈ ਔਰ ਉਸ ਮਨੁੱਖ ਨੇ ਹੀ ਵੈਰਾਗ ਧਾਰਨ ਕੀਤਾ ਹੈ। ਉਹਨੂੰ ਅਸੀਂ ਵੈਰਾਗੀ ਕਹਿ ਸਕਦੇ ਹਾਂ। ਵੈਰਾਗੀ ਉਹੀ ਹੈ ਜੋ ਸੰਸਾਰ ਦੇ ਅੰਦਰ ਰਹਿੰਦਿਆਂ ਵਿਕਾਰਾਂ ਆਦਿਕ ਦਾ ਤਿਆਗ ਕਰਕੇ ਸੱਚ ਨੂੰ ਆਧਾਰ ਬਣਾ ਆਪਣੇ ਫਰਜ਼ਾਂ ਨੂੰ ਪੂਰੀਆਂ ਕਰਦਾ ਹੈ। ਜਿਹੇ ਮਾਇਆ ਮਮਤਾ ਤਜੀ, ਸਭ ਤੇ ਭਇਓ ਉਦਾਸ। ਕਹੋ ਨਾਨਕ ਸੁਨ ਰੇ ਮਨਾ, ਤਿਹ ਘਟ ਬ੍ਰਹਮ ਨਿਵਾਸ। ਜਿਹੇ ਦਾ ਮਤਲਬ ਜਿਸ ਮਨੁੱਖ ਨੇ, ਮਮਤਾ ਦਾ ਮਤਲਬ ਆਪਣਤ, ਤੇ ਉਦਾਸ ਦਾ ਮਤਲਬ ਹੈ ਉਪਰਾਮ, ਨਿਰਲੇਪ। ਇੱਥੇ ਉਦਾਸ ਦਾ ਮਤਲਬ ਚਿੰਤਾ ਤੁਰ ਨਹੀਂ ਹੈ, ਇੱਥੇ ਉਦਾਸ ਦਾ ਮਤਲਬ ਹੈ ਉਪਰਾਮ, ਨਿਰਲੇਪ। ਮਾਇਆ ਮਮਤਾ ਤਜੀ ਦਾ ਮਤਲਬ ਜਿਸ ਨੇ ਮਾਇਆ ਦਾ ਮੋਹ ਛੱਡ ਦਿੱਤਾ। ਮਮਤਾ ਦਾ ਮਤਲਬ ਜਿਸ ਨੇ ਮਾਇਆ ਦੀ ਪਕੜ ਛੱਡ ਦਿੱਤੀ। ਹੁਣ ਮਾਇਆ ਕੀ ਹੈ? ਮਾਇਆ ਸਾਡੀ ਇੱਕ ਸੋਚ ਦਾ ਨਾਮ ਹੈ। ਉਹ ਸੋਚ ਜੋ ਸਾਨੂੰ ਹਰ ਇੱਕ ਦੇ ਅੰਦਰ ਪ੍ਰਭੂ ਨੂੰ ਨਹੀਂ ਵੇਖਣ ਦਿੰਦੀ, ਉਹ ਸੋਚ ਜੋ ਸਾਡੇ ਅੰਦਰ ਸੈਲਫਿਸ਼ਨੈਸ ਪੈਦਾ ਕਰਦੀ ਹੈ, ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ। ਇਸ ਸੋਚ ਦੀ ਪਕੜ, ਇਸ ਸੋਚ ਦੀ ਮਮਤਾ, ਇਸ ਸੋਚ ਦੀ ਮਮਤਾ ਨੇ ਹੀ ਮਨੁੱਖ ਨੂੰ ਗੁਣਾਂ ਨਾਲੋਂ ਤੋੜ ਕੇ ਔਗੁਣਾਂ ਨਾਲ ਜੋੜਿਆ ਹੈ। ਇਸ ਸੋਚ ਦੀ ਪਕੜ ਨੇ ਹੀ ਮਨੁੱਖ ਨੂੰ ਵਿਕਾਰਾਂ ਦੇ ਅੰਦਰ ਖਚਤ ਕੀਤਾ ਹੋਇਆ ਹੈ। ਗੁਰੂ ਜੀ ਕਹਿੰਦੇ ਨੇ ਜਿਸ ਮਨੁੱਖ ਨੇ ਮਾਇਆ ਦਾ ਮੋਹ ਛੱਡ ਦਿੱਤਾ, ਸਭ ਤੇ ਭਇਓ ਉਦਾਸ ਦਾ ਮਤਲਬ ਜਿਹੜਾ ਮਨੁੱਖ ਕਾਮ ਆਦਿਕ ਸਾਰੇ ਵਿਕਾਰਾਂ ਵੱਲੋਂ ਨਿਰਲੇਪ ਹੋ ਗਿਆ। ਸਭ ਤੇ ਭਇਓ ਉਦਾਸ ਦਾ ਮਤਲਬ ਸਾਰੇ ਜਿੰਨੇ ਵੀ ਵਿਕਾਰ ਨੇ ਉਹਨਾਂ ਤੋਂ ਉਪਰਾਮ ਹੋ ਗਿਆ, ਉਹਨਾਂ ਤੋਂ ਨਿਰਲੇਪ ਹੋ ਗਿਆ। ਕਹੋ ਨਾਨਕ ਸੁਨ ਰੇ ਮਨਾ, ਤਿਹ ਘਟ ਬ੍ਰਹਮ ਨਿਵਾਸ। ਗੁਰੂ ਜੀ ਕਹਿੰਦੇ ਨੇ ਹੇ ਮਨ ਸੁਣ, ਉਹਦੇ ਹਿਰਦੇ ਦੇ ਅੰਦਰ ਪ੍ਰਭੂ ਦਾ ਨਿਵਾਸ ਹੋ ਜਾਂਦਾ ਹੈ। ਇਹ ਸਮਝ ਲੈ ਕਿ ਉਸ ਮਨੁੱਖ ਦੇ ਹਿਰਦੇ ਵਿੱਚ, ਉਹਦੀ ਸੋਚ ਦੇ ਅੰਦਰ ਰੱਬ ਦਾ ਨਿਵਾਸ ਹੈ, ਉਹਦੇ ਅੰਦਰ ਰੱਬ ਵਸਦਾ ਹੈ, ਉਹਦੇ ਅੰਦਰ ਰੱਬ ਪ੍ਰਗਟ ਹੈ। ਉਹ ਰੱਬ ਦਾ ਰੂਪ ਹੈ। ਕੌਣ? ਜਿਸ ਨੇ ਮਾਇਆ ਦੀ ਮਮਤਾ ਛੱਡ ਦਿੱਤੀ ਔਰ ਜਿਸ ਨੇ ਕਾਮ, ਕ੍ਰੋਧ, ਲੋਭ ਆਦਿਕ ਸਾਰੇ ਵਿਕਾਰ ਛੱਡ ਦਿੱਤੇ। ਮਤਲਬ ਕਿ ਜਿਸ ਮਨੁੱਖ ਦੀ ਜ਼ਿੰਦਗੀ, ਜਿਹਦੀ ਸੋਚ ਦੇ ਅੰਦਰ ਸਿਰਫ ਗੁਣਾਂ ਦੇ ਨਾਲ ਪ੍ਰੀਤ ਹੈ, ਉਸ ਮਨੁੱਖ ਦੇ ਅੰਦਰ ਸਮਝ ਲਓ ਰੱਬ ਦਾ ਨਿਵਾਸ ਹੈ। ਤੇ ਜੇ ਕੋਈ ਬੰਦਾ ਬਾਹਰੀ ਤੌਰ ਤੇ ਧਾਰਮਿਕ ਪਹਿਨਾਵੇ ਪਾਉਂਦਾ ਹੈ ਜਾਂ ਭਗਤੀ ਆਦਿ ਕਰਨ ਦੇ ਵਿਖਾਵੇ ਕਰਦਾ ਹੈ, ਆਪਣੇ ਆਪ ਨੂੰ ਰੱਬ ਦਾ ਪਿਆਰਾ ਕਹਿੰਦਾ ਹੈ, ਪਰ ਉਹਦੇ ਮਨ ਅੰਦਰ, ਸੋਚ ਅੰਦਰ, ਬੋਲਾਂ ਵਿੱਚ ਵਿਕਾਰ ਨੇ, ਤਾਂ ਸਮਝ ਲੈਣਾ ਉਹ ਮਨੁੱਖ ਧੋਖੇਬਾਜ਼ ਹੈ, ਉਹ ਮਨੁੱਖ ਡਰਾਮੇਬਾਜ਼ ਹੈ, ਵਿਖਾਵਾ ਹੈ।
ਤਾਂ ਇਸ ਲਈ ਉਸ ਮਨੁੱਖ ਦੇ ਹਿਰਦੇ ਦੇ ਅੰਦਰ ਰੱਬ ਦਾ ਨਿਵਾਸ ਸਮਝ, ਜਿਸ ਮਨੁੱਖ ਨੇ ਸਾਰੇ ਦੇ ਸਾਰੇ ਵਿਕਾਰਾਂ ਨੂੰ ਛੱਡ ਦਿੱਤਾ, ਮਾਇਆ ਦੀ ਮਮਤਾ ਦਾ ਤਿਆਗ ਕਰ ਦਿੱਤਾ। ਜਿਹ ਪ੍ਰਾਨੀ ਹਉਮੈ ਤਜੀ ਕਰਤਾ ਰਾਮ ਪਛਾਨ। ਜਿਹ ਪ੍ਰਾਨੀ ਦਾ ਮਤਲਬ ਜਿਸ ਪ੍ਰਾਣੀ ਨੇ, ਪਛਾਣ ਦਾ ਮਤਲਬ ਪਛਾਣ ਕੇ, ਸਾਂਝ ਪਾ ਕੇ, ਰੱਬੀ ਗੁਣਾਂ ਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਕੇ, ਜਿਸ ਮਨੁੱਖ ਨੇ ਕਰਤਾਰ ਸਿਰਜਣਹਾਰ ਨਾਲ ਡੂੰਘੀ ਸਾਂਝ ਪਾ ਕੇ ਆਪਣੇ ਅੰਦਰੋਂ ਹਉਮੈ ਤਿਆਗ ਦਿੱਤੀ, ਆਪਣੀ ਈਗੋ ਨੂੰ ਛੱਡ ਦਿੱਤਾ, ਜੋ ਇਨਫੀਰੀਓਰਿਟੀ ਕੰਪਲੈਕਸ ਤੋਂ ਹੀ ਰਹਿਤ ਹੋ ਗਿਆ, ਸੁਪਰੀਓਰਿਟੀ ਕੰਪਲੈਕਸ ਤੋਂ ਰਹਿਤ ਹੋ ਗਿਆ, यानी जिसके अंदर हौमे हंकार नहीं है, और जिसने सिरजनहार प्रभु ਨੂੰ ਪਛਾਣ ਲਿਆ। ਪਛਾਣ ਦਾ ਮਤਲਬ ਸਾਂਝ ਪਾ ਲਈ। ਹੁਣ ਰੱਬ ਦੀ ਪਛਾਣ ਕੀ ਹੈ ਕਿ ਰੱਬ ਦੇ ਅੰਦਰ ਰੱਬੀ ਗੁਣ ਨੇ ਨਾ, ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ, ਇਹਨਾਂ ਗੁਣਾਂ ਨੂੰ ਪਛਾਣਨਾ। ਪਛਾਣਨ ਦਾ ਮਤਲਬ ਇਹਨਾਂ ਗੁਣਾਂ ਨਾਲ ਸਾਂਝ ਪਾਣੀ। ਸਾਂਝ ਪਾਣ ਦਾ ਮਤਲਬ ਇਹਨਾਂ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਨਾ, ਮਨ ਬਚਨ ਕਰਮ ਕਰਕੇ ਇਹਨਾਂ ਗੁਣਾਂ ਦੇ ਧਾਰਨੀ ਹੋ ਜਾਣਾ, ਇਹਨੂੰ ਕਹਿੰਦੇ ਨੇ ਸਾਂਝ ਪਾਣੀ। ਤਾਂ ਜਿਸ ਮਨੁੱਖ ਨੇ ਕਰਤਾਰ ਸਿਰਜਣਹਾਰ ਨਾਲ ਡੂੰਘੀ ਸਾਂਝ ਪਾ ਲਈ ਔਰ ਆਪਣੇ ਅੰਦਰੋਂ ਹਉਮੈ ਨੂੰ ਮਿਟਾ ਦਿੱਤਾ, ਜੋ ਰੱਬੀ ਰਜਾ ਦੇ ਅੰਦਰ ਤੁਰਨਾ ਸ਼ੁਰੂ ਹੋ ਗਿਆ, ਜੀਣਾ ਸਿੱਖ ਗਿਆ। ਕਹੋ ਨਾਨਕ ਵਹੁ ਮੁਕਤ ਨਰ, ਇਹ ਮਨ ਸਾਚੀ ਮਾਨ। ਗੁਰੂ ਜੀ ਕਹਿੰਦੇ ਹਨ ਕਿ ਹੇ ਮਨ, ਇਹ ਗੱਲ ਸੱਚੀ ਸਮਝ ਲੈ ਕਿ ਉਹ ਮਨੁੱਖ ਮੁਕਤ ਹੈ। ਉਹ ਮਨੁੱਖ ਮੁਕਤ ਹੈ। ਉਸ ਮਨੁੱਖ ਨੂੰ ਜੀਵਨ ਮੁਕਤੀ ਮਿਲ ਗਈ ਹੈ। ਕੌਣ? ਜਿਨਨੇ ਆਪਣੀ ਹਉਮੈ ਤਿਆਗ ਦਿੱਤੀ ਹੈ, ਜੋ ਰੱਬੀ ਰਜਾ ਵਿੱਚ ਤੁਰਦਾ ਹੈ, ਔਰ ਜਿਸਨੇ ਕਰਤਾਰ ਦੇ ਨਾਲ ਸਾਂਝ ਪਾ ਲਈ ਹੈ, ਰੱਬੀ ਗੁਣਾਂ ਨੂੰ ਜਿਸਨੇ ਇੰਪਲੀਮੈਂਟ ਕਰ ਲਿਆ ਹੈ, ਉਸ ਮਨੁੱਖ ਨੂੰ ਮੁਕਤ ਸਮਝ, ਉਹ ਮਨੁੱਖ ਮੁਕਤ ਹੈ। ਹੁਣ ਯਾਦ ਰੱਖਣ ਵਾਲੀ ਗੱਲ ਹੈ ਕਿ ਵਿਕਾਰਾਂ ਦਾ ਜੋ ਤਿਆਗ ਹੈ ਜਾਂ ਗੁਣਾਂ ਦੇ ਧਾਰਨੀ ਹੋਣਾ ਹੈ, ਕੋਈ ਬੰਦਾ ਮਰਨ ਤੋਂ ਬਾਅਦ ਨਹੀਂ ਹੋ ਸਕਦਾ ਕਿ ਸਰੀਰਕ ਤੌਰ ਤੇ ਮੌਤ ਹੋ ਜਾਏ ਤੇ ਉਸ ਤੋਂ ਬਾਅਦ ਫਿਰ ਕਿਹੜੇ ਵਿਕਾਰਾਂ ਦਾ ਉਹ ਤਿਆਗ ਕਰੇਗਾ। ਫਿਰ ਵਿਕਾਰਾਂ ਦਾ ਤਿਆਗ ਨਹੀਂ ਤਾਂ ਫਿਰ ਮੁਕਤੀ ਕਾਦੀ ਹੋਈ। ਇਸ ਲਈ ਜੀਵਨ ਮੁਕਤੀ ਦਾ ਸਿਧਾਂਤ ਹੈ। ਜ਼ਿੰਦਗੀ ਦੇ ਅੰਦਰ ਜਿਉਂਦਿਆਂ ਮੁਕਤ ਹੋ ਕੇ ਜੀਣਾ ਹੈ, ਵਿਕਾਰਾਂ ਦੀ ਖਲਾਸੀ ਛੱਡਣੀ ਹੈ, ਵਿਕਾਰਾਂ ਬਚਾ ਕਰਨਾ ਹੈ, ਮਨ ਬਚਨ ਕਰਮ ਕਰਕੇ ਗੁਣਾਂ ਦੇ ਧਾਰਨੀ ਹੋਣਾ ਹੀ ਜੀਵਨ ਮੁਕਤੀ ਹੈ। ਤਾਂ ਗੁਰੂ ਜੀ ਕਹਿੰਦੇ ਨੇ ਉਹਨੂੰ ਮੁਕਤ ਸਮਝ, ਜਿਸ ਮਨੁੱਖ ਨੇ ਕਰਤੇ ਨੂੰ ਪਹਿਚਾਨ ਲਿਆ, ਕਰਤੇ ਨਾਲ ਸਾਂਝ ਪਾ ਲਈ, ਆਪਣੀ ਹਉਮੈ ਛੱਡ ਦਿੱਤੀ ਔਰ ਰੱਬੀ ਰਜਾ ਦੇ ਅੰਦਰ ਜ਼ਿੰਦਗੀ ਜੀਵੀ। ਭੈ ਨਾਸਨ ਦੁਰਮਤ ਹਰਨ, ਕਲ ਮੈਂ ਹਰ ਕੋ ਨਾਮ। ਭੈ ਦਾ ਮਤਲਬ ਸਾਰੇ ਡਰ, ਹਰਨ ਤੋਂ ਭਾਵ ਦੂਰ ਕਰਨ ਵਾਲਾ, ਦੁਰਮਤ ਦਾ ਮਤਲਬ ਖੋਟੀ ਮਤ, ਤੇ ਕਲਮਹਿ ਦਾ ਮਤਲਬ ਕਲੇਸ਼ਾਂ ਭਰੇ ਸੰਸਾਰ ਵਿੱਚ। ਕਲ ਦਾ ਮਤਲਬ ਕੋਈ ਵਿਸ਼ੇਸ਼ ਸਮਾਂ ਨਹੀਂ ਹੈ। ਕਲ ਦਾ ਮਤਲਬ ਕਲ ਕਲੇਸ਼ ਵਾਲਾ ਸਮਾਂ, ਸੰਸਾਰ, ਸੋਚ। ਜਦੋਂ ਅਸੀਂ ਰੱਬੀ ਗੁਣਾਂ ਨਾਲੋਂ ਟੁੱਟਦੇ ਹਾਂ ਨਾ, ਸੱਚ ਦੇ ਨਾਲੋਂ ਟੁੱਟ ਕੇ ਜਦੋਂ ਸਾਡੀ ਮੈਂਟੈਲਿਟੀ ਦੀ ਜੋ ਹਾਲਾਤ ਹੁੰਦੀ ਹੈ, ਉਹਨੂੰ ਕਲਯੁਗ ਪਾਵਨ ਬਾਣੀ ਵਿੱਚ ਕਿਹਾ ਹੈ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੁੰਦਾ। ਜਿਸ ਘੜੀ ਬੰਦਾ ਰੱਬ ਨਾਲੋਂ ਟੁੱਟਦਾ ਹੈ, ਸਾਡੀ ਸੁਰਤ ਸੱਚ ਨਾਲੋਂ ਟੁੱਟਦੀ ਹੈ, ਉਦੋਂ ਸਾਡੀ ਸੋਚ ਦੇ ਅੰਦਰ ਜੋ ਸਾਡੀ ਅਵਸਥਾ ਹੁੰਦੀ ਹੈ, ਉਹਨੂੰ ਕਹਿੰਦੇ ਨੇ ਕਲ, ਉਹਨੂੰ ਕਹਿੰਦੇ ਨੇ ਕਲਯੁਗ। ਤਾਂ ਇਸ ਕਲੇਸ਼ਾਂ ਭਰੇ ਸੰਸਾਰ ਵਿੱਚ ਪ੍ਰਭੂ ਦੀ ਜੋ ਸਿਫਤ ਸਲਾਹ ਹੈ, ਨਾਮ ਦਾ ਮਤਲਬ ਰੱਬ ਦੀ ਸਿਫਤ ਸਲਾਹ, ਨਾਮ ਦਾ ਮਤਲਬ ਪ੍ਰਭੂ ਦਾ ਹੁਕਮ। ਜੋ ਪ੍ਰਭੂ ਦਾ ਹੁਕਮ ਹੈ ਉਹ ਸਾਰੇ ਡਰ ਨਾਸ ਕਰਨ ਵਾਲਾ ਹੈ ਔਰ ਖੋਟੀ ਮਤ ਦੂਰ ਕਰਨ ਵਾਲਾ ਹੈ। ਪ੍ਰਭੂ ਦੀ ਜੋ ਸਿਫਤ ਸਲਾਹ ਹੈ, ਪ੍ਰਭੂ ਦਾ ਹੁਕਮ ਹੈ, ਸਾਰੇ ਡਰਾਂ ਨੂੰ ਦੂਰ ਕਰਨ ਵਾਲਾ ਹੈ ਔਰ ਖੋਟੀ ਮਤ ਨੂੰ ਦੂਰ ਕਰਨ ਵਾਲਾ ਹੈ। ਦੇਖੋ, ਜੇ ਰੱਬੀ ਰਜ਼ਾ ਭਾਣੇ ਦੇ ਵਿੱਚ ਜੀਵਿਆ ਜਾਏ ਤਾਂ ਜ਼ਿੰਦਗੀ ਦੇ ਅੰਦਰ ਫਿਰ ਕੋਈ ਡਰ ਨਹੀਂ ਹੈ। ਰਜ਼ਾ ਔਰ ਭਾਣੇ ਵਿੱਚ ਤੁਰਨਾ, ਕੁਦਰਤੀ ਨਿਯਮਾਂ ਮੁਤਾਬਕ ਜ਼ਿੰਦਗੀ ਜੀਣੀ, ਉਹਦੇ ਵਿੱਚ ਕੋਈ ਡਰ ਨਹੀਂ ਹੈ। ਡਰ ਉਦੋਂ ਹੈ ਜਦੋਂ ਬੰਦਾ ਨਿਯਮਾਂ ਨੂੰ ਤੋੜਦਾ ਹੈ। ਡਰ ਬੰਦੇ ਦੀ ਜ਼ਿੰਦਗੀ ਵਿੱਚ ਉਦੋਂ ਪੈਦਾ ਹੁੰਦੇ ਨੇ ਜਦੋਂ ਇਹ ਗੁਨਾਹ ਕਰਦਾ ਹੈ, ਜਦੋਂ ਇਹ ਔਗਣ ਕਮਾਉਂਦਾ ਹੈ। ਰੱਬੀ ਗੁਣਾਂ ਦੇ ਧਾਰਨੀ ਹੁੰਦਿਆਂ ਬੰਦੇ ਦੀ ਜ਼ਿੰਦਗੀ ਵਿੱਚ ਕੋਈ ਡਰ ਨਹੀਂ ਹੈ। ਖੋਟੇ ਕਰਮ ਬੰਦਾ ਉਦੋਂ ਹੀ ਕਰੇਗਾ ਜਦੋਂ ਸੱਚ ਦੇ ਨਾਲੋਂ ਟੁੱਟੇਗਾ, ਜਦੋਂ ਗੁਣਾਂ ਦੇ ਨਾਲੋਂ ਟੁੱਟੇਗਾ। ਤਾਂ ਰੱਬੀ ਸਿਫਤ ਸਲਾਹ ਕਰਨ ਵਾਲਾ ਇਨਸਾਨ ਕਦੇ ਖੋਟੇ ਕਰਮ ਨਹੀਂ ਕਰੇਗਾ। ਇਸ ਲਈ ਖੋਟੀ ਮੱਤ ਨੂੰ ਦੂਰ ਕਰਨ ਲਈ, ਜ਼ਿੰਦਗੀ ਚੋਂ ਸਾਰੇ ਡਰ ਭੈਅ ਨੂੰ ਦੂਰ ਕਰਨ ਲਈ ਰੱਬੀ ਰਜ਼ਾ ਵਿੱਚ ਤੁਰਨਾ,
और प्रभु की सिफत सलाह करनी, ਇਹੋ ही इको एक साधन है। ਤਾਂ ਇਸ ਕਲੇਸ਼ਾਂ ਭਰੇ ਸੰਸਾਰ ਵਿੱਚ ਪ੍ਰਭੂ ਦਾ ਹੁਕਮ ਸਾਰੇ ਡਰ ਨਾਸ ਕਰਨ ਵਾਲਾ ਹੈ ਔਰ ਖੋਟੀ ਮਤ ਦੂਰ ਕਰਨ ਵਾਲਾ ਹੈ। ਨਿਸਤਿਨ ਜੋ ਨਾਨਕ ਭਜੈ ਸਫਲ ਹੋਹੇ ਤੇ ਕਾਮ। ਨਿਸ ਦਾ ਮਤਲਬ ਰਾਤ, ਦਿਨ ਦਾ ਮਤਲਬ ਦਿਨ, ਭਜੈ ਦਾ ਮਤਲਬ ਜੋ ਸਿਫਤ ਸਲਾਹ ਕਰਦਾ ਹੈ, ਰੱਬੀ ਗੁਣਾਂ ਦਾ ਧਾਰਨੀ ਹੁੰਦਾ ਹੈ। ਹੋਹੇ ਦਾ ਮਤਲਬ ਹੋ ਜਾਂਦੇ ਨੇ। हे ਨਾਨਕ, ਜਿਹੜਾ ਮਨੁੱਖ ਪ੍ਰਭੂ ਦੀ ਸਿਫਤ ਸਲਾਹ ਦਿਨ ਰਾਤ ਕਰਦਾ ਹੈ, ਜੋ ਰੱਬੀ ਗੁਣਾਂ ਦਾ ਧਾਰਨੀ ਹੁੰਦਾ ਹੈ, ਉਹਦੇ ਸਾਰੇ ਕੰਮ ਰਾਸ ਹੋ ਜਾਂਦੇ ਨੇ, ਉਹਦੇ ਸਾਰੇ ਕੰਮ ਸਫਲ ਹੋ ਜਾਂਦੇ ਨੇ, ਉਹਦੇ ਸਾਰੇ ਕੰਮਾਂ ਦੇ ਵਿੱਚੋਂ ਸੁਖ ਉਪਜਦਾ ਹੈ, ਉਹਦੇ ਸਾਰੇ ਕੰਮ ਮੁਬਾਰਕ ਨੇ। ਜਿਵੇਂ ਆਪਾਂ ਪਹਿਲਾਂ ਵੀ ਕਈ ਵਾਰ ਬੇਨਤੀ ਕੀਤੀ ਹੈ ਕਿ ਕੰਮ ਰਾਸ ਕਿਹਨੂੰ ਕਹਿੰਦੇ ਨੇ, ਕਿ ਫਲਾਂ ਕਾਰਜ ਰਾਸ ਆ ਗਿਆ। ਜਿਸ ਕਾਰਜ ਦੇ ਵਿੱਚੋਂ ਸੁਖ ਉਪਜੇ ਉਹ ਕਾਰਜ ਰਾਸ ਆ ਗਿਆ, ਤੇ ਜੇ ਕਾਰਜ ਦੇ ਵਿੱਚੋਂ ਸੁਖ ਨਹੀਂ ਉਪਜਿਆ ਇਹਦਾ ਮਤਲਬ ਕਾਰਜ ਰਾਸ ਨਾ ਆਇਆ। ਜਿਵੇਂ ਅਸੀਂ ਮਕਾਨ ਬਣਾਇਆ, ਤੇ ਮਕਾਨ ਤੇ ਇਸ ਕਰਕੇ ਬਣਾਇਆ, ਇਹ ਕਾਰਜ ਇਸ ਕਰਕੇ ਕੀਤਾ ਕਿ ਸਾਰੇ ਪਰਿਵਾਰ ਦੇ ਮੈਂਬਰ ਇੱਥੇ ਮਿਲ ਜੁਲ ਕੇ ਖੁਸ਼ੀ ਦੇ ਨਾਲ, ਪਿਆਰ ਦੇ ਨਾਲ ਰਹਾਂਗੇ। ਹੁਣ ਘਰ ਤੇ ਬਣ ਗਿਆ, ਕੰਮ ਤਾਂ ਸਿਰੇ ਚੜ ਗਿਆ, ਨੇਪਰੇ ਚੜ ਗਿਆ, ਲੇਕਿਨ ਘਰ ਦੇ ਅੰਦਰ ਰਹਿੰਦਿਆਂ ਹੋਇਆਂ ਜੀਆਂ ਦੀ ਆਪਸ ਵਿੱਚ ਬਣਦੀ ਨਹੀਂ, ਕਲ ਕਲੇਸ਼ ਹੈ, ਤਾਂ ਇਹਦਾ ਮਤਲਬ ਕਾਰਜ ਰਾਸ ਤੇ ਨਾ ਆਇਆ, ਮਕਾਨ ਰਾਸ ਤੇ ਨਾ ਆਇਆ, ਉੱਥੇ ਖੁਸ਼ੀ ਜਿਹੜੀ ਪੈਦਾ ਹੋਣੀ ਸੀ ਉਹ ਤਾਂ ਨਾ ਹੋਈ। ਤਾਂ ਗੁਰੂ ਜੀ ਕਹਿੰਦੇ ਨੇ ਜੋ ਇਨਸਾਨ ਦਿਨ ਰਾਤ ਪ੍ਰਭੂ ਦੀ ਸਿਫਤ ਸਲਾਹ ਕਰਦੇ ਨੇ, ਉਹਨਾਂ ਦੇ ਜੀਵਨ ਦੇ ਕਾਰਜ ਰਾਸ ਆ ਜਾਂਦੇ ਨੇ, ਉਹਨਾਂ ਦੇ ਕਾਰਜ ਸਫਲ ਹੁੰਦੇ ਨੇ, ਉਹਨਾਂ ਕਾਰਜਾਂ ਵਿੱਚੋਂ ਸੁਖ ਪੈਦਾ ਹੁੰਦਾ ਹੈ। ਜਿਹਬਾ ਗੁਣ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ। ਆਪਣੀ ਜੀਭ ਦੇ ਨਾਲ ਪ੍ਰਭੂ ਦੇ ਗੁਣ ਗਾਓ। ਭਜੋ ਦਾ ਮਤਲਬ ਗੁਣ ਗਾਓ, ਸਿਫਤ ਸਲਾਹ ਕਰੋ। ਜ਼ਬਾਨ ਦੇ ਨਾਲ ਪ੍ਰਭੂ ਦੇ ਗੁਣ ਗਾਓ, ਪ੍ਰਭੂ ਦੀ ਸਿਫਤ ਸਲਾਹ ਕਰੋ। ਨਿਰਭੈਤਾ ਦੀ, ਨਿਰਵੈਰਤਾ ਦੀ, ਸੱਚ ਦੀ, ਅਜੂਨੀ ਦੀ, ਸੈਭੰ ਦੀ ਇਹ ਗੱਲ ਕਰੋ। ਜ਼ਬਾਨ ਦੇ ਨਾਲ ਨੈਗੇਟਿਵ ਬੋਲ ਨਾ ਬੋਲੋ, ਜ਼ਬਾਨ ਦੇ ਨਾਲ ਝੂਠ ਨਾ ਬੋਲੋ, ਖਰਵੇ ਬੋਲ ਨਾ ਬੋਲੋ। ਜ਼ਬਾਨ ਦੇ ਨਾਲ ਸੱਚੇ, ਪਿਆਰੇ, ਪੋਜ਼ਿਟਿਵ, ਸਕਾਰਾਤਮਕ ਬੋਲ ਬੋਲੋ। ਇੱਕ ਫਿੱਕਾ ਨਾ ਗਾਲਾਏ, ਸਭਨਾ ਮੈਂ ਸੱਚਾ ਧਣੀ, ਹਿਆਉ ਨ ਕਹਿ ਠਾਹੇ, ਮਾਨਕ ਸਭ ਅਮੁੱਲਵੇ। ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਗੁਣ ਕਹੋ ਹਰ ਲਹੋ, ਕਰ ਸੇਵਾ ਸਤਿਗੁਰ, ਇਵ ਹਰ ਹਰ ਨਾਮ ਧਿਆਈ। ਔਰ ਗੁਣ ਕਹੇ ਗੁਣੀ ਸਮਾਵਣਿਆ, ਕਿਉਂਕਿ ਗੁਣ ਗਾਣ ਵਾਲਾ ਗੁਣੀ ਦੇ ਅੰਦਰ ਹੀ ਸਦਾ ਸਦਾ ਵਾਸਤੇ ਸਮਾ ਜਾਂਦਾ ਹੈ। ਆਮ ਸਿਆਣਿਆਂ ਦਾ ਕਥਨ ਹੈ ਨਾ ਕਿ ਜੇ ਬੰਦਾ ਆਪਣੀ ਜ਼ਬਾਨ ਤੇ ਕੰਟਰੋਲ ਕਰ ਲੈ ਤਾਂ ਇਹਦੀਆਂ 90-95% ਸਮੱਸਿਆਵਾਂ ਦਾ ਸੋਲੂਸ਼ਨ ਹੋ ਸਕਦਾ ਹੈ। ਜੇ ਬੰਦਾ ਜ਼ਬਾਨ ਨਾਲ ਸੱਚ ਬੋਲੇ, ਪਿਆਰ ਦੇ ਨਾਲ ਬੋਲੇ, ਤਾਂ ਇਹਦੀ ਜ਼ਬਾਨ ਜਿਹੜੀ ਹੈ ਇਹਦੀ ਜ਼ਿੰਦਗੀ ਵਿੱਚ ਸੁੱਖ ਪੈਦਾ ਕਰਨ ਦਾ ਕਾਰਨ ਬਣ ਸਕਦੀ ਹੈ। ਇਸ ਲਈ ਜ਼ਬਾਨ ਦੇ ਨਾਲ ਗੁਣਾਂ ਦੀ ਗੱਲ ਕਰੋ। ਕਰਨ ਸੁਣੋ ਹਰ ਨਾਮ, ਔਰ ਕੰਨਾਂ ਦੇ ਨਾਲ ਪ੍ਰਭੂ ਦੀ ਸਿਫਤ ਸਲਾਹ ਸੁਣੋ। ਕੰਨਾਂ ਦੇ ਨਾਲ ਸੱਚ ਦੀ ਗੱਲ ਸੁਣੋ। ਇਹ ਸ਼ਰਵਣ ਹੋ ਮੇਰੇ ਹੋ, ਸਾਚੈ ਸੁਣਨੇ ਨੂੰ ਪਠਾਏ, ਸਾਚੈ ਸੁਣਨੇ ਨੂੰ ਪਠਾਏ, ਸ਼ਰੀਰ ਲਾਏ ਸੁਣੋ ਸਤ ਬਾਣੀ। ਜਿਤ ਸੁਣੀ ਮਨ ਤਨ ਹਰਿਆ ਹੁਆ, ਰਸਨਾ ਰਸ ਸਮਾਣੀ। ਤਾਂ ਕੰਨਾਂ ਦੇ ਨਾਲ ਹਮੇਸ਼ਾ ਸੱਚ ਸੁਣੋ, ਚੜ੍ਹਦੀ ਕਲਾ ਦੇ ਬੋਲ ਸੁਣੋ, ਪਿਆਰ ਭਰੇ ਬੋਲ ਸੁਣੋ, ਸਮਾਜ ਭਲਾਈ ਦੇ ਬੋਲ ਸੁਣੋ, ਤਾਂ ਸਾਡੀ ਜ਼ਿੰਦਗੀ ਦੇ ਅੰਦਰ ਸ਼ਾਂਤੀ ਰਹੇਗੀ। ਜੇ ਕੋਈ ਇਨਸਾਨ ਕਿਸੇ ਦੀ ਨਿੰਦਾ ਕਰਦਾ ਹੈ, ਝੂਠ ਫਰੇਬ ਦੁਖਦਾਈ ਨੈਗੇਟਿਵ ਬੋਲ ਬੋਲਦਾ ਹੈ, ਤਾਂ ਇਗਨੋਰ ਕਰੋ, ਕਿਉਂਕਿ ਜੋ ਸੁਣੋਗੇ ਉਹ ਤੁਹਾਡੇ ਅੰਦਰ ਜਾਏਗਾ। ਜਿਵੇਂ ਅਸੀਂ ਆਪਣੇ ਘਰਾਂ ਵਿੱਚ ਕੂੜਾ ਕਰਕਟ ਨਹੀਂ ਨਾ ਜਾਣ ਦਿੰਦੇ, ਇਸੇ ਤਰ੍ਹਾਂ ਕੰਨਾਂ ਰਾਹੀਂ ਵੀ ਸਾਨੂੰ ਆਪਣੇ ਅੰਦਰ ਕੂੜਾ ਕਰਕਟ ਨਹੀਂ ਜਾਣ ਦੇਣਾ ਚਾਹੀਦਾ। ਜੇ ਅਸੀਂ ਨੈਗੇਟਿਵ ਬੋਲ ਸੁਣਾਂਗੇ, ਨਕਾਰਾਤਮਕ ਸੁਣਾਂਗੇ, ਤਾਂ ਸਾਡੇ ਦਿਮਾਗ ਦੇ ਅੰਦਰ ਨਕਾਰਾਤਮਕਤਾ ਜਾਏਗੀ। ਜੇ ਜ਼ਬਾਨ ਦੇ ਨਾਲ ਮਾੜੇ ਬੋਲਾਂਗੇ ਤਾਂ ਅਸੀਂ ਦੁਨੀਆ ਦੇ ਅੰਦਰ ਗੰਦਗੀ ਫੈਲਾਵਾਂਗੇ। ਇਸ ਲਈ ਨਾ ਬਾਹਰ ਗੰਦਗੀ ਫੈਲਾਓ, ਨਾ ਆਪਣੇ ਅੰਦਰ ਗੰਦਗੀ ਜਾਣ ਦਿਓ। ਉਹਦੇ ਵਾਸਤੇ ਗੁਰੂ ਜੀ ਕਹਿੰਦੇ ਨੇ ਕਿ ਜ਼ਬਾਨ ਦੇ ਨਾਲ ਪ੍ਰਭੂ ਦੇ ਗੁਣ ਗਾਓ, ਸਿਫਤ ਸਲਾਹ ਕਰੋ, ਕੰਨਾਂ ਦੇ ਨਾਲ ਪ੍ਰਭੂ ਦੀ ਸਿਫਤ ਸਲਾਹ ਸੁਣੋ। ਇਹਦਾ ਰਿਜ਼ਲਟ ਕੀ ਨਿਕਲੇਗਾ ਫਿਰ? ਕਹੋ ਨਾਨਕ ਸੁਣ ਰੇ ਮਨਾ, ਪਰਹੇ ਨਾ ਜਮ ਕੈ ਧਾਮ। ਧਾਮ ਦਾ ਮਤਲਬ ਘਰ।
जम के धाम का मतलब जम दे घर विच, यानी जमा दे वस विच। तां गुरु जी कहंदे ने, हे मेरे मन, जेड़े मनुख रसना दे नाल प्रभु दे गुण गांदे ने, कन्नां दे नाल प्रभु दे गुण सुनदे ने, वो जमा दे वस विच नहीं पैंदे, वो आत्मक मौते नहीं मरदे। जम केड़े ने? काम, क्रोध, लोभ, मोह, हंकार, ये सारे जम ने। और जेड़ा इन्हां जमा दे वस पै जाए वो आत्मक मौते मर जांदा है, ਉਹਦੀ ਜ਼ਿੰਦਗੀ ਦੂਭਰ ਹੋ ਜਾਂਦੀ ਹੈ, ਉਹਦੇ ਜੀਵਨ ਦੇ ਅੰਦਰ ਦੁਖਾਂਤ ਵਾਪਰਦੇ ਨੇ, ਉਹਦੇ ਅੰਦਰੋਂ ਇਨਸਾਨੀਅਤ ਮਰ ਮੁੱਕ ਜਾਂਦੀ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ, ਹੇ ਮੇਰੇ ਮਨ, ਜਿਹੜੇ ਮਨੁੱਖ ਜ਼ਬਾਨ ਦੇ ਨਾਲ ਪ੍ਰਭੂ ਦੇ ਗੁਣ ਗਾਉਂਦੇ, ਕੰਨਾਂ ਨਾਲ ਪ੍ਰਭੂ ਦੇ ਗੁਣ ਸੁਣਦੇ ਨੇ, ਉਹ ਜਮਾਂ ਦੇ ਵਸ ਵਿੱਚ, ਵਿਕਾਰਾਂ ਦੇ ਵਸ ਵਿੱਚ ਨਹੀਂ ਪੈਂਦੇ, ਉਹ ਆਤਮਿਕ ਮੌਤੇ ਨਹੀਂ ਮਰਦੇ। ਜੋ ਪ੍ਰਾਨੀ ਮਮਤਾ ਤਜੈ, ਲੋਭ ਮੋਹ ਅਹੰਕਾਰ। ਮਮਤਾ ਦਾ ਮਤਲਬ ਆਪਣਤ, ਮੋਹ ਦਾ ਮਤਲਬ ਸੈਲਫਿਸ਼ਨੈਸ, ਸਵਾਰਥ ਆਦਿ। ਤਜੈ ਦਾ ਮਤਲਬ ਛੱਡਦਾ ਹੈ। ਜਿਹੜਾ ਮਨੁੱਖ ਆਪਣੇ ਅੰਦਰੋਂ ਮਮਤਾ ਤਿਆਗਦਾ ਹੈ, ਜਿਹੜਾ ਆਪਣੇ ਅੰਦਰੋਂ ਲੋਭ ਮੋਹ ਤੇ ਹੰਕਾਰ ਨੂੰ ਦੂਰ ਕਰਦਾ ਹੈ, ਕਹੋ ਨਾਨਕ ਆਪਨ ਤਰੈ ਔਰਨ ਲੇਤ ਉਧਾਰ। ਗੁਰੂ ਜੀ ਕਹਿੰਦੇ ਹਨ, ਉਹ ਆਪ ਵੀ ਵਿਕਾਰਾਂ ਤੋਂ ਤਰਦਾ ਹੈ ਤੇ ਦੂਜਿਆਂ ਨੂੰ ਵੀ ਬਚਾ ਲੈਂਦਾ ਹੈ। ਹੁਣ ਸਭ ਤੋਂ ਪਹਿਲਾਂ ਤਾਂ ਬੰਦੇ ਦੇ ਅੰਦਰ ਪਕੜ ਹੈ ਮਮਤਾ, ਤੇ ਗੁਰੂ ਜੀ ਨੇ ਇਸ ਮਮਤਾ ਦੀਆਂ 2-3 ਮਿਸਾਲਾਂ ਦਿੱਤੀਆਂ ਨੇ ਪਾਵਨ ਬਾਣੀ ਵਿੱਚ, ਇੱਕ ਤੋਤੇ ਦੀ ਔਰ ਇੱਕ ਬਾਂਦਰ ਦੀ। ਜਿਵੇਂ ਬਾਂਦਰ ਕੁੱਜੀ ਵਿੱਚ ਹੱਥ ਪਾਉਂਦਾ ਹੈ ਤੇ ਉਹਦਾ ਹੱਥ ਫਸ ਜਾਂਦਾ, ਜਦੋਂ ਮੁੱਠ ਦਾਣਿਆਂ ਦੀ ਭਰ ਲੈਂਦਾ ਹੈ, ਕੁੱਜੀ ਦਾ ਮੂੰਹ ਸੌੜਾ ਹੈ, ਬਾਹਰ ਕੱਢਣ ਲੱਗਿਆਂ ਉਸ ਦਾ ਹੱਥ ਕੁੱਜੀ ਵਿੱਚ ਫਸ ਜਾਂਦਾ ਹੈ, ਤੇ ਬਾਂਦਰ ਸਮਝਦਾ ਹੈ ਮੇਰਾ ਹੱਥ ਫਸ ਗਿਆ, ਪਰ ਉਹ ਦਾਣੇ ਨਹੀਂ ਛੱਡਦਾ। ਜੇ ਉਹ ਦਾਣੇ ਛੱਡ ਦੇਵੇ ਤਾਂ ਹੱਥ ਬਾਹਰ ਆ ਸਕਦਾ ਹੈ, ਪਰ ਦਾਣਿਆਂ ਦੀ ਪਕੜ ਉਹਦੇ ਅੰਦਰ ਹੈ, ਦਾਣਿਆਂ ਦੀ ਪਕੜ ਢਿੱਲੀ ਨਹੀਂ ਕੀਤੀ। ਇਸ ਕਰਕੇ ਕਲੰਦਰ ਨੇ ਆਣ ਕੇ ਉਹਦੇ ਗਲ ਵਿੱਚ ਰੱਸੀ ਪਾ ਲਈ ਤੇ ਬਾਂਦਰ ਨੂੰ ਸਾਰੀ ਜ਼ਿੰਦਗੀ ਘਰ ਘਰ ਦੇ ਅੱਗੇ ਨੱਚਣਾ ਪਿਆ। ਉਹਨੂੰ ਬੰਧਨ ਪੈ ਗਏ ਅੰਦਰ ਦੀ ਪਕੜ ਕਰਕੇ, ਉਹ ਪਕੜ ਕਰਕੇ ਬਾਂਦਰ ਫੜਿਆ ਗਿਆ। ਇਸੇ ਤਰ੍ਹਾਂ ਸਾਡੇ ਅੰਦਰ ਪਕੜ ਹੈ ਵਿਕਾਰਾਂ ਦੀ, ਲੋਭ ਦੀ, ਮੋਹ ਦੀ। ਇਹਨਾਂ ਨੇ ਸਾਨੂੰ ਨਹੀਂ ਫੜਿਆ ਹੋਇਆ, ਅਸੀਂ ਇਹਨਾਂ ਨੂੰ ਫੜ ਕੇ ਬੈਠੇ ਹਾਂ। ਤੇ ਜੇ ਕੋਈ ਇਸ ਮਮਤਾ ਨੂੰ ਛੱਡ ਦੇਵੇ, ਪਕੜ ਨੂੰ ਛੱਡ ਦੇ, ਤਾਂ ਬੰਦਾ ਬਚ ਸਕਦਾ ਹੈ। ਦੂਜੀ ਮਿਸਾਲ ਦਿੱਤੀ ਹੈ ਤੋਤੇ ਦੀ। ਜਿਵੇਂ ਤੋਤਾ ਨਲਨੀ ਦੇ ਉੱਤੇ ਆਣ ਕੇ ਬਹਿੰਦਾ ਹੈ, ਉਹ ਨਲਕੀ ਘੁੰਮ ਜਾਂਦੀ ਹੈ, ਤੋਤਾ ਨਲਕੀ ਨਾਲ ਉਲਟਾ ਲਟਕ ਜਾਂਦਾ ਹੈ ਤੇ ਸਮਝਦਾ ਹੈ ਜੇ ਮੈਂ ਨਲਕੀ ਨੂੰ ਛੱਡਿਆ ਤਾਂ ਮੈਂ ਪਾਣੀ ਵਿੱਚ ਡੁੱਬ ਕੇ ਮਰ ਜਾਵਾਂਗਾ। ਪਰ ਐਸਾ ਹੋਣਾ ਨਹੀਂ ਸੀ, ਜੇ ਖੰਭ ਫੜ ਫਟਾਂਦਾ ਉੱਡ ਜਾਣਾ ਸੀ। ਲੇਕਿਨ ਤੋਤਾ ਉਸ ਨਲਕੀ ਨੂੰ ਛੱਡਦਾ ਨਹੀਂ, ਇਸ ਕਰਕੇ ਉਹ ਫੜਿਆ ਜਾਂਦਾ ਹੈ, ਸਾਰੀ ਜ਼ਿੰਦਗੀ ਕੈਦ ਰਹਿੰਦਾ ਹੈ। ਇਸੇ ਤਰ੍ਹਾਂ ਜੋ ਸਾਡੀਆਂ ਬਿਰਤੀਆਂ ਨੇ ਮਾੜੀਆਂ, ਆਮ ਬੰਦਿਆਂ ਦੀਆਂ ਮਾੜੀਆਂ ਬਿਰਤੀਆਂ ਨੇ, ਝੂਠ ਬੋਲਣ ਦੀ, ਲੋਭ ਦੀ, ਕ੍ਰੋਧ ਦੀ, ਬੰਦਾ ਉਹਨਾਂ ਬਿਰਤੀਆਂ ਨੂੰ ਛੱਡਦਾ ਨਹੀਂ ਤੇ ਇਸ ਕਰਕੇ ਦੁੱਖਾਂ ਦੇ ਅੰਦਰ ਪਿਆ ਰਹਿੰਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਜਿਹੜਾ ਪ੍ਰਾਣੀ ਇਸ ਪਕੜ ਨੂੰ ਛੱਡ ਦਿੰਦਾ ਹੈ, ਲੋਭ ਨਹੀਂ ਕਰਦਾ, ਮੋਹ ਵਿੱਚ ਨਹੀਂ ਫਸਦਾ, ਅਹੰਕਾਰ ਦਾ ਤਿਆਗ ਕਰ ਦਿੰਦਾ ਹੈ, ਉਹ ਬੰਦਾ ਆਪ ਵੀ ਤਰ ਦਿੰਦਾ ਹੈ ਵਿਕਾਰਾਂ ਤੋਂ, ਤੇ ਜਿਹੜਾ ਉਹਦੇ ਸਾਥ ਕਰਦਾ ਹੈ ਉਹਨਾਂ ਨੂੰ ਵੀ ਉਹ ਬਚਾ ਲੈਂਦਾ ਹੈ। ਉਹ ਦੂਜਿਆਂ ਨੂੰ ਵੀ ਬਚਣ ਦੀ ਪ੍ਰੇਰਨਾ ਦਿੰਦਾ ਹੈ, ਦੂਜਿਆਂ ਨੂੰ ਵੀ ਸੰਸਾਰ ਸਾਗਰ ਤੋਂ, ਵਿਕਾਰਾਂ ਤੋਂ ਬਚਾਉਣ ਦਾ ਉਹ ਸਾਧਨ ਬਣ ਜਾਂਦਾ ਹੈ। ਜਿਉਂ ਸੁਪਨਾ ਔਰ ਪੇਖਣਾ, ਐਸੇ ਜਗ ਕੋ ਜਾਨ। ਅਰ ਦਾ ਮਤਲਬ ਅਤੇ, ਜਾਨ ਦਾ ਮਤਲਬ ਸਮਝ। ਜਿਉਂ ਸੁਪਨਾ, ਜਿਵੇਂ ਸੁੱਤਿਆਂ ਪਿਆਂ ਸੁਪਨਾ ਆਉਂਦਾ ਹੈ, ਔਰ ਸੁਪਨੇ ਦੇ ਅੰਦਰ ਕਈ ਪਦਾਰਥ ਵੇਖੀਦੇ ਨੇ, ਪਰ ਜਦੋਂ ਬੰਦਾ ਜਾਗਦਾ ਹੈ ਤਾਂ ਉਹ ਪਦਾਰਥ ਨਹੀਂ ਰਹਿੰਦੇ। ਮਿਸਾਲ ਵਜੋਂ ਕੋਈ ਗਰੀਬ ਕੰਗਾਲ ਆਦਮੀ ਸੁਪਨੇ ਦੇ ਅੰਦਰ ਬਾਦਸ਼ਾਹ ਬਣ ਜਾਏ, ਰਾਜ ਸਿੰਘਾਸਨ ਤੇ ਬੈਠਾ ਹੈ, ਉਹਦੇ ਸਾਹਮਣੇ ਸਨਦਬੱਧ ਫੌਜਾਂ ਨੇ, ਉਹਦੇ ਕੋਲ ਬਹੁਤ ਸਾਰੇ ਪਦਾਰਥ, ਮਹਿਲ ਨੇ, ਲੇਕਿਨ ਜਦੋਂ ਜਾਗਦਾ ਹੈ ਤਾਂ ਕੀ ਵੇਖਦਾ? ਉਹ ਤੇ ਘਰ ਆਪਣੇ ਟੁੱਟੇ ਮੰਜੇ ਤੇ ਪਿਆ ਹੋਇਆ। ਸੁਪਨੇ ਦੇ ਪਦਾਰਥ ਸਿਰਫ ਸੁਪਨਾ ਨੇ, ਸੱਚੇ ਨਹੀਂ ਹਨ। ਗੁਰੂ ਜੀ ਕਹਿੰਦੇ ਨੇ, ਜਿਉਂ ਸੁਪਨਾ ਔਰ ਵੇਖਣਾ, ਜਿਵੇਂ ਸੁਪਨੇ ਵਿੱਚ ਔਰ ਅਸਲ ਵੇਖਣ ਦੇ ਅੰਦਰ ਫਰਕ ਹੈ। ਸੁਪਨਾ ਆਉਂਦਾ ਹੈ, ਉਹਦੇ ਵਿੱਚ ਕਈ ਪਦਾਰਥ ਵੇਖੀਦੇ ਨੇ, ਪਰ ਉਹ ਅਸਲ ਸੱਚ ਨਹੀਂ ਹੁੰਦਾ।
ऐसे जग को जान, इसे तरह तू इस संसार नू समझ, अपने इस जीवन नू समझ। जिवें सुपने अंदर सी बहुत सारे पदार्थां नू सच्चे समझ बैठे हाँ, सच्चे प्रतीत हुंदे ने, पर वो असली नहीं हुंदे। इसे तरह जगत दे अंदर बंदा काम, क्रोध, लोभ, मोह, हंकार दे विच फसिया होया है ते ये समझदा है कि शायद ऐसी जिंदगी चो मैनू सुख मिलेगा। गुरु जी कहंदे ने ये तेरे सुपने की तरह ही ने, ये भासते है ने कि सुख मिलणगे पर मिलते नहीं, असलियत नहीं है। इनमें कछ साचो नहीं नानक बिन भगवान। गुरु जी कहंदे ने प्रभु दे गुणा तो बिना जगत दे अंदर होर कोई भी विकार आदिक सच्चा नहीं है जो तैनू सुख दे सके, जिस तरह ही तेरी जिंदगी अंदर शांति पैदा हो सके। असलीयत ये है, जिहड़े विकार ने इन्हां दे विचों सुखां दी आस बंदा ला के बैठा है। गुरु जी कहंदे ने सुपने की तरह ने, जिवें सुपने दे पदार्थ सच्चे नहीं ना हुंदे, भासदे ने सुपने विच, पर जदों जाग खुलदी है ते वो नहीं हुंदे। इसे तरह अज्ञानतावश बंदा काम, क्रोध आदिक दे विच ईर्खा, द्वेष के अंदर खुशी समझदा रहिंदा है कि शायद मेरी जिंदगी विच एवें खुशी आएगी, पर हकीकत ये नहीं है। इन्हां औगुणां दे नाल कदे भी खुशी नहीं आउंदी। जदों बंदे नूं समझ आउंदी है ना, उदों इहनूं समझ आ जांदी है, पता लग जांदा है कि रब्बी गुणां तो बिना कोई भी औगुण सच्चा नहीं है, खुशी देण वाला नहीं है। इसलिए हे भाई, इन्हां विकारां नूं, पापां, अपराधां नूं सुपने की तरह समझ, ये तैनूं सच्चा सुख देण वाले नहीं हन। सच्चा सुख सिर्फ और सिर्फ रब्बी गुणां दे विचों ही माणिया जा सकता है। निस्दिन माया कारने प्राणी डोलत नीत। डोलत का मतलब डोलदा है, भटकदा है। नीत का मतलब नित। माया इकट्ठी करन दी खातर मनुख दिन रात भटकदा फिरदा है। माया दे कारण, माया दे कारण भटक रहा है। ते याद रखना, इत्थे माया का उही मीनिंग है। माया एक मैंटेलिटी का नाम है, जो मानसिकता सानू हर एक दे नाल रब वर्गा प्यार विहार नहीं करन दिंदी, ਜਿਹੜੀ ਸਾਡੀ सोच ਸਾਡੇ अंदर मेर तेर दे वितकरे पैदा करती है, और ਜਿਹੜੀ ਸਾਡੀ सोच सानू अंदरों बाहरों एक नहीं होण दिंदी, ये माया ही है। ते ਇਹਦੇ कारण ही मनुख डोलदा रहिंदा है, भटकदा रहिंदा है, सारी जिंदगी खज्जल खुआर हुंदा रहिंदा है। ऐसी सोच दे पिछे लग के जदों बंदा विचरेगा, तो फिर ईर्खा, द्वेष, वैर, विरोध वाली जिंदगी ही जीवेगा, ठगियां ही मारेगा, चोरियां ही करेगा। बंदा दिन रात भटकदा है, डोलदा है। कोटन मैं नानक को नारायण जिह चीत। कोटन मैं दा मतलब करोड़ां विच, को दा मतलब कोई विरला, जिह चीत दा मतलब जिस ते चित्त विच, जिहदी सोच अंदर। करोड़ां बंदियां विच कोई विरला अजिहा हुंदा है जिस ते मन अंदर, जिस ते चित्त दे अंदर रब्बी गुण टिके हुंदे ने, जिस ते चित्त दे अंदर रब्बी याद टिकी हुंदी है। करोड़ां दे विचों कुछ विरले लोग हुंदे ने। नहीं तो आम जो बंदा है, माया वाली सोच के कारण सच दे राहां तो दूर भटकदा रहिंदा है। करोड़ां दे विचों विरला है, को दा मतलब कोई विरले ने जिन्हां दे चित्त दे अंदर नारायण है, जिन्हां दे चित्त दे अंदर रब्बी गुण ने, जिन्हां दी सोच दे अंदर रब्बी गुण टिके हुए ने। ऐसे विरले थोड़े ने, हैन विरले ना ही कने, फैल फकड़ संसार। वैसे रब दे नाम दे उत्ते झगड़े बहुत हो रहे ने, वैसे रब दे नाम दे उत्ते अनेकां धर्म चले हुए ने, लेकिन विकारां दे विच कितने लोग खचत ने। सोच दे अंदर किसी दे रब होवे, वो बहुत विरले ने, जिन्हां दी सोच दे अंदर, मैंटेलिटी, मानसिकता दे अंदर ऐश रब्बी गुण ने, और इन्हां गुणां नूं इंप्लीमेंट कर रहा होवे, वो कुछ विरले वांझे लोग होया करदे ने। जैसे जलते बुदबुदा उपजै बिनसै नीत। बुलबुला का मतलब बुलबुला, बुदबुदा का मतलब बुलबुला। जिवें पानी तो बुलबुला सदा पैदा हुंदा है ते नाश हुंदा है। पानी दे विच बुलबुला पैदा होया, पानी दे विच ही खत्म हो गया।
पानी तो वखरी उस बुलबुले की कोई होंद नहीं है कि पानी तो वखरा बुलबुला किते पहाड़ ते पैदा होया होवे। बुलबुला पानी विच ही पैदा हुंदा है और नित पानी दे विच ही बिंस जांदा है। जिवें पानी तो बुलबुला पैदा हुंदा है और पानी विच ही नाश हो जांदा है, पानी दा रूप हो जांदा है। जग रचना तैसे रची कहो नानक सुन मीत। गुरु जी कहंदे ने हे मित्र सुन, तिवें ही प्रभु ने ये जगत की रचना रची है, तिवें ही ये जगत की खेड बनाई है। जगत एक खेल है। जिवें पानी दा बुलबुला पानी विचों पैदा हुंदा है ते पानी दे अंदर ही सदा सदा वास्ते समा जांदा है। पानी दा बुलबुला पानी तो ही पैदा होया और पानी दे अंदर ही बुलबुला समा गया। ये जगत की रचना इसी तरह है। जगत दे अंदर बंदा पैदा हुंदा है ते इहदे विच ही समा जांदा है। जिवें असीं पिछे पढ़ आए हां, पांच तत्त को तन रचियो जानो चतुर सुजान। इसी तरह पंजे तत्त पंजां तत्तां दे विच मिल जांदे ने, लीन इहदे विच ही हो जांदे ने। पवने में पवन समाया, ज्योति में ज्योत रल जाया, माटी माटी हुई एक, रोवन हारे की कवन टेक। एवें ये जगत की रचना है। इत्थे ही बंदा पैदा हुंदा है ते इहदे विच ही समा जांदा है। प्राणी कछु न चेतई मद माया के अंध। मद का मतलब नशे विच, ना चेतई का मतलब चेते नहीं करता। अंध का मतलब आत्मिक जीवन वालों अज्ञानी बेसमझ। पर गुरु जी कहते ने माया के नशे विच आत्मिक जीवन वालों अन्ना होया मनुख आत्मिक जीवन बारे कुछ भी नहीं सोचता। प्राणी कछु ना चेते का मतलब आत्मिक जीवन बारे कुछ नहीं सोचता। मद माया के अंध का मतलब माया के नशे विच अन्ना होया होया। ते माया का मतलब है साडी ओ सोच जो सोच सानू रब वर्गा बन के नहीं जीण दिंदी। साडी ओ सोच जो साडे अंदर मेर तेर दे वितकरे पैदा करती है। साडी ओ सोच जो सानू अंदरों और बाहरों एक नहीं होण दिंदी। उस सोच दे नशे दे अंदर अन्ना होया बंदा आत्मिक जीवन बारे कदे सोचदा ही नहीं। हुण आत्मिक जीवन और आत्मिक मौत की है? अंदरों बाहरों एक होना, सच दे नाल जुड़ना, ये आत्मिक जीवन है। ते जेड़ा इंसान अंदरों होर है और बाहरों होर है, वो बंदा आत्मिक मौत ते मरिया हुआ है। इस बारे बंदे ने कदे सोचा ही नहीं कि मैं इंसानियत वाली जिंदगी जीवां, अंदरों बाहरों एक हुआ। बंदा ऐसा सोचता ही नहीं। तो गुरु जी कहते ने जो माया दे नशे दे अंदर है, वो बेसमझ इंसान आत्मिक जीवन वालों अज्ञानी अन्ना कदे भी आत्मिक जीवन बारे सोचदा नहीं है। कहो नानक बिन हर भजन परत ताहे जम फंद। जम फंद का मतलब जमा दियां फाइयां, आत्मिक जीवन का फंदा। तो गुरु पातशाह जी कहते ने प्रभु की सिफत सलाह करन तो बिना मनुख दे गले विच आत्मिक जमा दियां फाइयां पै जांदियां ने। मतलब ये आत्मिक मौते मर जांदा है। काम क्रोध लोभ आदिक इस मनुख नूं आ घेरदे ने। ਇਹਦੇ ਅੰਦਰੋਂ ਇਨਸਾਨੀਅਤ ਮਰ ਮੁੱਕ ਜਾਂਦੀ ਹੈ, ਕਿਉਂਕਿ ਇਹਨੇ ਕਦੇ ਚੇਤਿਆ ਹੀ ਨਹੀਂ, ਰੱਬੀ ਗੁਣਾਂ ਨੂੰ ਗਾਇਆ ਹੀ ਨਹੀਂ, ਰੱਬੀ ਗੁਣਾਂ ਦਾ ਧਾਰਨੀ ਜੋ ਨਹੀਂ ਹੋਇਆ, ਉਹਨੂੰ ਆਤਮਿਕ ਮੌਤ ਆ ਘੇਰਦੀ ਹੈ। ਆਤਮਿਕ ਮੌਤ ਦੀਆਂ ਫਾਹੀਆਂ ਉਹਨੂੰ ਪੈ ਜਾਂਦੀਆਂ ਨੇ। ਤਾਂ ਗੁਰਦੇਵ ਪਾਤਸ਼ਾਹ ਸਾਨੂੰ ਇੱਕ ਹੱਲ ਦੱਸ ਰਹੇ ਨੇ, ਜੇ ਸदैवी ਸੁਖ ਚਾਹੁੰਦਾ ਹੈ ਤਾਂ ਕੀ ਕਰਨਾ ਚਾਹੀਦਾ ਹੈ। ਜੋ ਸੁਖ ਕੋ ਚਾਹੇ ਸਦਾ सरन राम की ले। राम का मतलब रमया हुआ प्रभु। जो का मतलब जे, चाहे का मतलब चाहता है, लोड़दा है। तो जे मनुख आत्मिक आनंद हासिल करना चाहता है कि मैनू आत्मिक जीवन मिले, आत्मिक खुशियां मिलन, तो गुरु जी कहते ने तो उसनू चाहिए है वो रब की शरण लवे। शरण राम की लेह, रमे हुए रब की शरण विच आवे। मतलब कि रब्बी रजा मुताबिक जिंदगी जीवे, मतलब कि रब्बी गुणा नू अपनी जिंदगी विच इंप्लीमेंट करे। जे इंसान चाहता है मैनू आत्मिक जीवन मिले, सदैवी सुख मिले, तो उन्होंने चाहिए है वो रब की शरण विच आवे, रब्बी रजा विच तुरे, रब्बी गुणा का धारनी होवे।
कहो नानक सुन रे मना, दुर्लभ मानुख देह। दुर्लभ का मतलब जो बहुत मुश्किल नाल मिलता है, बड़ा कीमती। गुरु जी आखदे ने कि हे मेरे मन सुन, ये शरीर बहुत कीमती है, बहुत कीमती है ये जीवन। इस जीवन ਨੂੰ ਐਵੇਂ ਅਜਾਈ ਨਾ ਗਵਾ। ਇਹਨੂੰ ਮਾਇਆ ਦੀ ਖਾਤਰ ਭਟਕਣਾ ਦੇ ਵਿੱਚ ਰੋਲ ਨਹੀਂ ਦੇਣਾ ਚਾਹੀਦਾ। ਇਹ ਜੇ ਜੀਵਨ ਮਿਲਿਆ ਹੈ ਬੜਾ ਕੀਮਤੀ ਹੈ। ਈਰਖਾ, ਦਵੇਸ਼, ਵੈਰ, ਵਿਰੋਧ, ਝੂਠ, ਫਰੇਬ, ਕਿਉਂ ਜੀਵਨ ਨੂੰ ਇਹਨਾਂ ਕਰਮਾਂ ਦੇ ਵਿੱਚ ਰੋਲਣਾ ਹੈ? ਕਿਉਂ ਰੋਲਣਾ ਹੈ? ਕਿਉਂ ਦੁਖੀ ਹੋਣਾ ਹੈ? ਇਹ ਜੀਵਨ ਦੁਖੀ ਹੋਣ ਵਾਸਤੇ ਨਹੀਂ ਮਿਲਿਆ। ਇਹ ਜੀਵਨ ਪ੍ਰਾਪਤ ਕਰਕੇ ਜਿਹੜਾ ਬੜਾ ਦੁਰਲਭ ਕੀਮਤੀ ਜੀਵਨ ਹੈ, ਇਹਦੀ ਕੀਮਤ ਨੂੰ ਸਮਝਣਾ ਚਾਹੀਦਾ ਹੈ। ਔਰ ਇਹਦੇ ਅੰਦਰ ਬਹੁਤ ਵੱਡੀਆਂ ਵੱਡੀਆਂ ਪੋਸੀਬਿਲਿਟੀਜ਼ ਨੇ। ਸदैवी ਸੁੱਖ ਅਸੀਂ ਹਾਸਲ ਕਰ ਸਕਦੇ ਹਾਂ, ਸदैवी ਸੁੱਖਾਂ ਵਾਲੀ ਜ਼ਿੰਦਗੀ ਜੀ ਸਕਦੇ ਹਾਂ। ਤੇ ਜੇ ਜੀਣਾ ਚਾਹੁੰਦਾ ਹੈ ਤਾਂ ਗੁਰੂ ਜੀ ਕਹਿੰਦੇ ਨੇ ਰੱਬੀ ਸ਼ਰਨ ਦੇ ਅੰਦਰ ਆ, ਰੱਬੀ ਗੁਣਾਂ ਦਾ ਧਾਰਨੀ ਹੋ, ਪ੍ਰਭੂ ਦੀ ਰਜ਼ਾ ਭਾਣੇ ਦੇ ਅੰਦਰ ਜੀਵਨ ਗੁਜ਼ਾਰ। ਇਹ ਜੀਵਨ ਬੜਾ ਕੀਮਤੀ ਹੈ, ਇਹਨੂੰ ਅਜਾਈ ਨਾ ਗਵਾ। ਜੇ ਤੂੰ ਇਸ ਤਰ੍ਹਾਂ ਜ਼ਿੰਦਗੀ ਜੀਵੇਂ ਤਾਂ ਤੇਰੇ ਜੀਵਨ ਦੇ ਅੰਦਰ ਸੁੱਖ, ਸ਼ਾਂਤੀ, ਆਨੰਦ, ਖੇੜਾ ਔਰ ਪ੍ਰਸੰਨਤਾ ਆ